छोटे ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਮੁੜ ਕੇ ਜਿਹੜਾ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੋ ਚੁੱਕੇ ਹਾਂ ਤੇ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਮੇਰੇ ਨਾਲ ਜਿਹੜੇ ਨੇ ਰੂਹੀ ਗਰੋਵਰ ਜੀ। ਅਸੀਂ ਜਿਹੜਾ ਆ ਹੁਣ ਇਤਿਹਾਸ ਤੇ ਝਾਤ ਮਾਰ ਰਹੇ ਸੀਗੇ, ਭਗਤ ਧੰਨਾ ਜੀ ਦੀ ਗੱਲ ਕਰ ਰਹੇ ਸੀਗੇ ਤੇ ਅਸੀਂ ਇਤਿਹਾਸ ਨੂੰ ਜਿਹੜਾ ਆ ਹੁਣ ਅੱਗੇ ਵਧਾਵਾਂਗੇ ਤੇ ਰੂਹੀ ਜੀ ਇਤਿਹਾਸ ਨੂੰ ਜਿਹੜਾ ਅੱਗੇ ਵਧਾਇਆ ਜਾਵੇ। ਤੇ ਅਸੀਂ ਗੱਲ ਕਰ ਰਹੇ ਸੀ ਕਿ ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿੱਤਾ ਸੀ। ਹਾਂਜੀ ਹਾਂਜੀ। ਤੇ ਧੰਨੇ ਖੁਸ਼ੀ ਨਾਲ ਉਛਲ ਪਿਆ ਤੇ ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋ ਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ। ਧੰਨੇ ਨੇ ਜੋ ਮੰਗਿਆ ਉਹਨਾਂ ਦੀਆਂ 17 ਰਾਗ ਤਨਾਸਰੀ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਨ। ਬਿਲਕੁਲ ਜੀ। ਤੇ ਉਹ ਅਸੀਂ ਰੋਜ਼ਾਨਾ ਆਰਤੀ ਦੇ ਵਿੱਚ ਵੀ ਜਿਹੜਾ ਆ ਅਸੀਂ ਇਸ ਦਾ ਗੁਣਗਾਨ ਕਰਦੇ ਹਾਂ। ਤੇ ਰੋਹੀ ਜੀ ਇੱਕ ਗੱਲ ਹੋਰ ਹੈ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਉਹ ਵਾਹਿਗੁਰੂ ਹੈ, ਉਹ ਹਮੇਸ਼ਾ ਜਿਹੜਾ ਆ ਭਗਤਾਂ ਦੇ ਉੱਤੇ ਦਿਆਲੂ ਰਿਹਾ ਆ ਤੇ ਭਗਤਾਂ ਦੀ ਹਰ ਇੱਕ ਗੱਲ ਜਿਹੜੀ ਆ ਉਹ ਮੰਨਦਾ ਰਿਹਾ। ਜਦੋਂ ਭਗਤ ਕਬੀਰ ਜੀ ਨੂੰ ਜਦੋਂ ਦਰਸ਼ਨ ਹੋਏ ਸੀਗੇ ਅਕਾਲ ਪੁਰਖ ਦੇ, ਤਾਂ ਅਕਾਲ ਪੁਰਖ ਨੇ ਪੁੱਛਿਆ ਸੀ ਭਗਤ ਕਬੀਰ ਜੀ ਨੂੰ ਕਿ ਦੱਸ ਭਾਈ ਕੀ ਕੀਤਾ ਜਾਵੇ। ਕਹੋ ਤਾਂ ਧਰਨ ਅਕੋਡੀ ਕਰੋ, ਲੇਕਰ ਉੱਪਰ ਧਰੋ। ਵੀ ਮਤਲਬ ਧਰਤੀ ਨੂੰ ਜਿਹੜਾ ਆ ਧਰਤੀ ਦੇ ਉੱਤੇ ਧਰਤੀ ਰੱਖ ਦੇਵਾਂ, ਸਾਰੀ ਧਰਤੀ ਤਹਿਸ ਨਹਿਸ ਕਰ ਦੇਵਾਂ, ਸਾਰੇ ਬੰਦੇ ਜਿਹੜੇ ਆ ਉਹ ਇਸਤਰੀਆਂ ਬਣਾ ਦੇਵਾਂ ਕਿ ਜਿਹੜੀਆਂ ਇਸਤਰੀਆਂ ਨੇ ਸਾਰੇ ਬੰਦੇ ਬਣਾ ਦੇਵਾਂ। ਕਿਸ ਤਰ੍ਹਾਂ ਦਾ ਜਿਹੜਾ ਆ ਤੂੰ ਇੱਕ ਵਾਰੀ ਕਬੀਰ ਜੀ ਨੂੰ ਪੁੱਛਿਆ ਵੀ ਤੂੰ ਦੱਸ ਵੀ ਇੱਕ ਵਾਰੀ ਕੀ ਕੀਤਾ ਜਾਵੇ, ਮੈਂ ਉਸੇ ਤਰ੍ਹਾਂ ਜਿਹੜਾ ਕਰ ਦੂੰਗਾ। ਤਾਂ ਭਗਤ ਕਬੀਰ ਜੀ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਿਹਾ ਕਿ ਜਿਸ ਤਰ੍ਹਾਂ ਦਾ ਤੁਹਾਨੂੰ ਵੀ ਪਾਉਂਦਾ ਆ ਤੁਸੀਂ ਉਸੇ ਤਰ੍ਹਾਂ ਜਿਹੜਾ ਆ ਵੀ ਜਿਹੜਾ ਆ ਤੁਸੀਂ ਇਸ ਜਿਹੜਾ ਸ੍ਰਿਸ਼ਟੀ ਨੂੰ ਚਲਾਓ। ਵੀ ਮੇਰੀ ਇੰਨੀ ਬੁੱਧੀ ਨਹੀਂ ਹੈ ਕਿ ਮੈਂ ਤੁਹਾਨੂੰ ਦੱਸ ਸਕਾਂ। ਨਿਮਰਤਾ ਜਿਹੜੀ ਆ ਉਹਨਾਂ ਦੇ ਵਿੱਚ ਸੀਗੀ। ਤੇ ਜੇ ਕੋਈ ਮੇਰੇ ਵਰਗਾ ਹੁੰਦਾ ਮੈਂ ਤਾਂ ਕਹਿੰਦਾ ਵੀ ਸਾਰੀ ਦੁਨੀਆ ਮੇਰੇ ਵੱਸ ਕਰ ਦੋ ਪਰਮਾਤਮਾ, ਕਿ ਠੀਕ ਹੈ ਨਾ। ਤੇ ਇਹ ਕਲਯੁਗੀ ਜੀਵ ਹੈ ਜਿਹੜਾ ਪਰਮਾਤਮਾ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਆ। ਤੇ ਤਾਂ ਉਸ ਗੱਲ ਨੂੰ ਸਾਰਥਕ ਕਰਦਾ ਜਿਵੇਂ ਤੁਸੀਂ ਕਿਹਾ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਦਬੀਰ ਸੇ ਪਹਿਲੇ खुदा खुद अपने बंदे से पूछे बता तेरी रजा क्या है। बिल्कुल बिल्कुल ਉਹੀ ਗੱਲ ਹੈ ਨਾ ਜੀ। ਕਲਯੁਗੀ ਜੀਵ ਤੇ ਭਗਤਾਂ ਦੇ ਵਿੱਚ ਇਹੀ ਫਰਕ ਹੈ। ਭਗਤ ਜਿਹੜੇ ਨੇ ਉਹ ਹਮੇਸ਼ਾ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ ਤੇ ਕਲਯੁਗੀ ਜੀਵ ਜਿਹੜਾ ਆ ਉਹ ਆਪਣੀ ਮਨਮਤ ਦੇ ਨਾਲ ਚੱਲਦੇ ਨੇ। ਸੋ ਇਸ ਕਰਕੇ ਜਿਹੜਾ ਆ ਗੁਰਬਾਣੀ ਦੇ ਵਿੱਚ ਉਹਨਾਂ ਪੰਕਤੀਆਂ ਨੂੰ ਇਸੇ ਤਰ੍ਹਾਂ ਜਿਹੜਾ ਆ ਅਸੀਂ ਆਰਤੀ ਦੇ ਵਿੱਚ ਵੀ ਜਿਹੜਾ ਆ ਅਸੀਂ ਗੁਣਗਾਨ ਕਰਦੇ ਹਾਂ। ਤੇ ਜਿਹੜਾ ਆ ਉਹ ਪੰਕਤੀਆਂ ਨੇ ਗੋਪਾਲ ਤੇਰਾ ਆਰਤਾ, ਕਿਉਂਕਿ ਹਿੰਦੂ ਮਤ ਦੇ ਵਿੱਚ ਆਰਤੀ ਕੀਤੀ ਜਾਂਦੀ ਸੀ। ਤੇ ਜਿਵੇਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਿਆ ਕਿ ਜਿਹੜੇ ਨੇ ਪੰਡਤ ਜੀ ਸੀਗੇ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਮੰਦਿਰ ਦੇ ਅੰਦਰ ਜਾਣ ਦੀ ਮਨਾਹੀ ਕੀਤੀ ਵੀ ਤੂੰ ਅਨਪੜ੍ਹ ਵੀ ਆ, ਇੱਕ ਤੇਰੀ ਜਾਤ ਹੋਰ ਹੈ, ਤੂੰ ਨਹੀਂ ਜਾ ਸਕਦਾ। ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੇ ਲੋਕੀ ਆਰਤੀ ਕਰਦੇ ਨੇ ਤਾਂ ਮੈਂ ਆਰਤਾ ਕਰੂੰਗਾ, ਉਹ ਤੋਂ ਵੱਡੀ ਚੀਜ਼ ਕਰੂੰਗਾ ਮੈਂ। ਸੋ ਇਸ ਕਰਕੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਸ ਤੋਂ ਬਾਅਦ ਰਹਾਓ ਹੈ ਦਾਲ ਸੀਦਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਸੋ ਇਸੇ ਤਰ੍ਹਾਂ ਦੇ ਜਿਹੜੇ ਆ ਜਿਹੜੇ ਨੇ ਇਹਦਾ ਜਿਹੜਾ ਆ ਪੰਕਤੀਆਂ ਜਿਹੜੀਆਂ ਉਚਾਰੀਆਂ ਗਈਆਂ ਨੇ ਤੇ ਇਹਦੇ ਜੋ ਅਰਥ ਭਾਵ ਨੇ। ਤੇ ਰੋਹੀ ਜੀ ਅਰਥ ਇਹ ਹੈ ਕਿ ਹੇ ਧਰਤੀ ਦੇ ਪਾਲਨਹਾਰ ਪ੍ਰਭੂ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜ਼ਰੂਰਤਾਂ ਪੂਰੀ ਕਰ। ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਪੂਰੇ ਕਰਦਾ ਹੈ। ਮੈਂ ਤੁਹਾਡੇ ਦਰ ਵੱਲੋਂ ਦਾਲ, ਆਟਾ ਤੇ ਘਿਓ ਮੰਗਦਾ ਹਾਂ ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖ ਸਕੇ। ਜੁੱਤੀ ਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਤੇ ਸੱਤ ਸੀਵਾਂ ਦਾ ਅਨਾਜ ਵੀ ਮੰਗਦਾ ਹਾਂ। ਹੇ ਗੋਪਾਲ, ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵੱਲੋਂ ਕਰ ਲਈ ਇੱਕ ਚੰਗੀ ਇਸਤਰੀ ਵੀ ਮੰਗਦਾ ਹਾਂ। ਇਸ ਪ੍ਰਚਲਿਤ ਕਹਾਣੀ ਦਾ ਜ਼ਿਕਰ ਭਾਈ ਗੁਰਦਾਸ ਜੀ ਵੀ 10ਵੀਂ ਵਾਰ ਦੀ 13ਵੀਂ ਪੌੜੀ ਵਿੱਚ ਜ਼ਿਕਰ ਕਰਦੇ ਹੋਏ ਲਿਖਦੇ ਹਨ ਜੀ। ਬਿਲਕੁਲ ਜੀ। ਬ੍ਰਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈ। ਧੰਨਾ ਡਿੱਠਾ ਚਲਤ ਇਹੋ, पूछै ब्राह्मण आख सुनावै। ठाकुर दी सेवा करै, जो इच्छै सोई फल पावै। धन्ना करदा जोदड़ी, मैं भी दे एक जे तुद भावै। पाथर एक लपेट कर, दे धन्ना नो गैल छुड़ावै। ठाकुर नो ना वायल कै, छाहे रोटी लै भोग चढ़ावै। हथ जोड़ मिन्नतां करै, पैरी पै पै बहुत मनावै। हों पी मोह ना जुठालसा, तू रूठा मैं कहूँ ना सुखावै। गोसाई पर थक होए, रोटी खाए छाहे मुलावै। भोला भाओ गोबिंद मिलावै। जी,
ਇਹ ਭਾਵਨਾ ਠੀਕ ਹੈ ਕਿ ਠੀਕ ਈਸ਼ਵਰ ਅਣਮੰਗਿਆ ਹੀ ਸਭ ਕੁਝ ਦਿੰਦਾ ਹੈ ਤੇ ਹਰ ਬੰਦਾ ਆਪਣੀ ਲੋੜਾਂ ਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋਂ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ। ਭੁੱਖਾ ਦਾਲ ਰੋਟੀ ਤੇ ਰੱਜਿਆ ਮਹਿਲ ਮਾੜੀਆਂ ਤੇ ਅਧਿਆਤਮਕ ਉਸਦੇ ਰਾਹ ਤੇ ਤੁਰਨ ਦਾ ਰਸਤਾ, ਪਰ ਜੋ ਢਿੱਡ ਤੋਂ ਭੁੱਖਾ ਤੇ ਸੋਚ ਤੋਂ ਅਧਿਆਤਮਕ ਹੋਵੇ ਉਹ ਪਹਿਲਾ ਰੋਟੀ ਤਾਂ ਰੱਬ ਕੋਲੋਂ ਮੰਗੇਗਾ ਹੀ, ਕਿਉਂਕਿ ਭੁੱਖਿਆਂ ਭਗਤੀ ਨਹੀਂ ਹੁੰਦੀ ਜਦ ਤੱਕ ਇਨਸਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾ। ਬਿਲਕੁਲ ਜੀ, ਜਿਸ ਤਰ੍ਹਾਂ ਆਪਣੇ ਕਬੀਰ ਜੀ ਨੇ ਵੀ ਜਿਹੜਾ ਆ ਇੱਕ ਪੰਕਤੀ ਦੇ ਵਿੱਚ ਉਚਾਰਨ ਕੀਤਾ, ਭੁੱਖਾ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਵੀ ਮੇਰੇ ਤੋਂ ਖਾਲੀ ਢਿੱਡ ਜਿਹੜੀ ਆ ਤੇਰੀ ਭਗਤੀ ਨਹੀਂ ਹੁੰਦੀ ਹੈਗੀ, ਤੇ ਵੀ ਮੈਨੂੰ ਜਿਹੜਾ ਆ ਰੋਟੀ ਪਾਣੀ ਵੀ ਜਿਹੜੀ ਚਾਹੀਦੀ ਹੈ। ਦੇਖੋ ਇਹ ਪਰਮਾਤਮਾ ਤੇ ਜਿਹੜਾ ਭਗਤਾਂ ਦਾ ਇੱਕ ਇੰਨਾ ਕੁ ਪਿਆਰ ਹੈ ਕਿ ਜੇ ਭਗਤ ਕਹਿਣ ਸਾਨੂੰ ਇਹ ਚੀਜ਼ ਹੈ ਤਾਂ ਪਰਮਾਤਮਾ ਜਿਹੜਾ ਆ ਉਸ ਨੂੰ ਮੋੜ ਨਹੀਂ ਸਕਦਾ। ਭਗਤਾਂ ਦਾ ਦਰਜਾ ਉੱਚਾ ਆ ਉਸ ਅਕਾਲ ਪੁਰਖ ਨਾਲੋਂ ਜੇ ਅਸੀਂ ਦੇਖਿਆ ਜਾਵੇ, ਤੇ ਭਗਤ ਜਿਹੜੇ ਨੇ ਬਹੁਤ ਉੱਚੀ ਜਿਹੜਾ ਆ ਦਰਜਾ ਰੱਖਦੇ ਨੇ। ਭਾਵੇਂ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਆ ਉਹ ਚਲਾਉਂਦਾ ਆ, ਪਰ ਜੇ ਭਗਤ ਬੇਨਤੀ ਕਰਨ ਤਾਂ ਜਿਹੜਾ ਆ ਅਕਾਲ ਪੁਰਖ ਨੂੰ ਜਿਹੜਾ ਆ ਉਹਦੇ ਅੱਗੇ ਝੁਕਣਾ ਪੈਂਦਾ ਰੋਹਿਤ ਜੀ। ਸੋ ਇਸ ਕਰਕੇ ਜਿਹੜਾ ਆ ਭਗਤਾਂ ਦਾ ਦਰਜਾ ਬਹੁਤ ਉੱਚਾ ਆ, ਪਰ ਅੱਜ ਅਸੀਂ ਥੋੜੇ ਜਿਹੇ ਛਛੋਪਨ ਦੇ ਵਿੱਚ ਜਿਹੜਾ ਆ ਅਸੀਂ ਪੈ ਗਏ ਆ। ਅਸੀਂ ਥੋੜਾ ਜਿਹਾ ਇੱਕ ਜਾਤੀਵਾਦ ਦੇ ਵਿੱਚ ਵੀ ਪੈ ਗਏ ਆ ਕਿ ਅਸੀਂ ਜੱਟ ਭਾਈਚਾਰੇ ਚੋਂ ਆ, ਅਸੀਂ ਰਵਿਦਾਸੀ ਭਾਈਚਾਰੇ ਚੋਂ ਆ, ਅਸੀਂ ਮਜ਼੍ਹਬੀ ਭਾਈਚਾਰੇ ਚੋਂ ਆ, ਅਸੀਂ ਆਪਣੇ ਗੁਰੂ ਵੀ ਵੰਡ ਲਏ, ਜਦ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆ ਬਾਣੀ ਦੇ ਵਿੱਚ ਕਿਤੇ ਵੀ ਵਖਰੇਵਾ ਨਹੀਂ ਕੀਤਾ ਗਿਆ, ਸਗੋਂ ਜਿਹੜੀ ਆ ਉਸ ਨੂੰ ਜਿਹੜਾ ਉੱਚੇ ਤੋਂ ਉੱਚਾ ਦਰਜਾ ਦਿੱਤਾ ਗਿਆ ਆ। ਤੇ ਜੇ ਅਸੀਂ ਗੱਲ ਕਰ ਲਈਏ ਕਿ ਜਿਹੜੇ ਆ ਅਸੀਂ ਮਜ਼੍ਹਬੀ ਜਿਹੜੇ ਭਾਈਚਾਰੇ ਤੋਂ, ਤਾਂ ਸਾਡੇ ਜਿਹੜੇ ਬਾਬਾ ਜੀ ਬਾਬਾ ਸੰਗਤ ਸਿੰਘ ਜੀ ਨੇ ਜਾਂ ਉਹਨਾਂ ਬਾਬਾ ਜੀਵਨ ਸਿੰਘ ਜੀ ਵੀ ਆ, ਤੇ ਭਗਤ ਰਵਿਦਾਸ ਜੀ ਜਿਹੜੇ ਆ ਐਸੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਸਾਡੇ ਗੁਰੂ ਰਵਿਦਾਸ ਜੀ ਨੇ। ਸੋ ਇਸ ਕਰਕੇ ਸਾਨੂੰ ਇਹਨਾਂ ਵਿੱਚੋਂ ਨਹੀਂ ਨਿਕਲਣਾ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਜਿਹੜਾ ਆ ਥੋੜਾ ਜਿਹਾ ਟਾਈਮ ਨਿਕਲ ਕੇ ਗਿਆ ਆ। 14 ਅਪ੍ਰੈਲ ਨੂੰ ਅਸੀਂ ਵਿਸਾਖੀ ਦਾ ਦਿਹਾੜਾ ਮਨਾਇਆ, ਜਿੱਥੇ ਸਾਰੀ ਜਾਤ ਪਾਤ ਖਤਮ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਕੱਢਿਆ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲਾਇਆ ਸੀਗਾ। ਬਾਣੀ ਸਾਹਿਬ ਦੀ ਜਿਹੜੀ ਆ ਜੋੜ ਕੇ ਇਹੀ ਦੱਸਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਇਸ ਨੂੰ ਮੰਨਦਾ ਹੋਏਗਾ, ਗੁਰੂ ਮਾਨਿਓ ਗ੍ਰੰਥ ਨੂੰ ਮੰਨਦਾ ਹੋਏਗਾ, ਉਹ ਜਿਹੜਾ ਜਾਤਾਂ ਪਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਕਦੇ ਵੀ ਨਹੀਂ ਜਿਹੜਾ ਆ ਉਹ ਵੰਡੇਗਾ। ਪਰ ਉਸ ਨੂੰ ਮੰਨਣ ਵਾਲੇ ਸਭ ਤੋਂ ਜਿਹੜਾ ਆ ਜ਼ਿਆਦਾ ਮੰਨ ਬੈਠੇ ਨੇ, ਵੰਡ ਬੈਠੇ ਨੇ, ਆਪਣੇ ਆਪ ਨਾਲ ਵੰਡਈਆ ਕਰ ਬੈਠੇ ਨੇ ਕਿ ਇਹ ਹਰੀਜਨਾਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਇਹ ਫਲਾਣਿਆਂ ਦਾ ਗੁਰਦੁਆਰਾ, ਇਹ ਢਮਕਾਣਿਆਂ ਦਾ ਗੁਰਦੁਆਰਾ। ਇਹਨਾਂ ਗੁਰਦੁਆਰਿਆਂ ਦੇ ਉੱਤੇ ਜਿਹੜੀ ਆ ਰੋਕ ਲੱਗਣੀ ਚਾਹੀਦੀ ਆ। ਅਸੀਂ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰਦੇ ਆ, ਪਰ ਅਸੀਂ ਇਹ ਕਦੇ ਨਹੀਂ ਸੋਚਦੇ ਵੀ ਸਾਡੀ ਵੀ ਗਲਤੀ ਆ ਜਿੱਥੇ 2-2 4-4 ਗੁਰਦੁਆਰਾ ਸਾਹਿਬ ਬਣੇ ਨੇ। ਮੰਨ ਲਓ ਆਬਾਦੀ ਜ਼ਿਆਦਾ ਹੋਣ ਦੇ ਕਰਕੇ ਗੁਰਦੁਆਰਾ ਸਾਹਿਬ 2 ਹੋਣ 3 ਹੋਣ ਕੋਈ ਦਿੱਕਤ ਨਹੀਂ ਆ, ਪਰ ਇਹ ਸੋਚ ਰੱਖ ਕੇ ਨਾ ਬਣਾਏ ਜਾਣ ਕਿ ਉਹ ਗੁਰਦੁਆਰਾ ਜੱਟਾਂ ਦਾ ਆ ਤੇ ਉਹ ਐਸੀ ਭਾਈਚਾਰੇ ਦਾ ਆ, ਇਹ ਫਲਾਣਿਆਂ ਦਾ ਢਮਕਾਣਿਆਂ ਦਾ, ਉੱਥੇ ਹੀ ਉਹਨਾਂ ਨੂੰ ਭਾਂਡੇ ਦਿੱਤੇ ਜਾਣਗੇ, ਉੱਥੇ ਹੀ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਪਾਠ ਆਰੰਭ ਕੀਤੇ ਜਾਣਗੇ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਆ ਸਮੁੱਚੇ ਜਗਤ ਦੇ ਗੁਰੂ ਨੇ, ਚਾਹੇ ਉਹਨੂੰ ਅੰਗਰੇਜ਼ ਮੱਥਾ ਆ ਕੇ ਟੇਕੇ, ਚਾਹੇ ਉਹ ਐਸੀ ਟੇਕੇ, ਚਾਹੇ ਉਹ ਜਰਨਲ ਟੇਕੇ, ਚਾਹੇ ਉਹ ਮੁਸਲਮਾਨ ਟੇਕੇ, ਕਿਉਂਕਿ 4 ਵਰਨ ਜਿਹੜੇ 4 ਵਰਨ ਨੇ ਉਹ ਸਾਰਿਆਂ ਨੂੰ, ਮੈਂ ਕਿਹਾ ਸਮੁੱਚੇ ਆਵਾਮ ਨੂੰ ਜਿਹੜਾ ਆ ਇਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਪੁਰਖ ਦੀ ਜਿਹੜੀ ਬਾਣੀ ਤੁਰਕੀ ਬਾਣੀ ਦਾ ਜਿਹੜਾ ਸਭ ਨੂੰ ਸਾਂਝਾ ਉਪਦੇਸ਼ ਆ, ਕੋਈ ਮੰਨੇ ਜਾਂ ਨਾ ਮੰਨੇ ਉਹ ਗੱਲ ਅਲੱਗ ਹੈ। ਸੋ ਇਸ ਕਰਕੇ ਜਿਹੜਾ ਸਾਨੂੰ ਅੱਜ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਆ ਸਾਨੂੰ ਕਿ ਭਾਈ ਅਸੀਂ ਜਾਤਾਂ ਪਾਤਾਂ ਦੇ ਵਿੱਚੋਂ ਜਿਹੜਾ ਨਿਕਲ ਕੇ ਜਿਹੜਾ ਆ ਇੱਕ ਸਾਂਝੀ ਮਨੁੱਖਤਾ, ਸਾਂਝੀ ਵਾਲਤਾ ਦਾ ਜਿਹੜਾ ਭਾਈਚਾਰਕ ਦਾ ਜਿਹੜਾ ਆ ਅਸੀਂ ਸਾਂਝ ਪਾਈਏ ਤਾਂ ਜਿਹੜਾ ਸਮੁੱਚੇ ਸਮਾਜ ਦੀ ਜਿਹੜੀ ਅਸੀਂ ਸਿਰਜਣਾ ਕਰ ਸਕੀਏ। ਜੀ ਹਾਂਜੀ। मांगो राम ते सब थोक, मानुक को जाचत श्रम पाइए, प्रभ के सिमरन मोख रहाओ। जी तनासरी महला पंजवां जी। मैं ताण दीवान तू है मेरे स्वामी, मैं तुद आगे अरदास, मैं होर थाओ नाही, जिस पै करो बिनती, मेरा दुख सुख तुझ ही पास। ਅਸੀਂ ਵੀ ਬੇਨਤੀ ਕਰ ਸਕਦੇ ਹਾਂ ਜਿੱਦਾਂ ਭਗਤ ਧੰਨਾ ਜੀ ਨੇ ਕੀਤਾ ਸੀਗਾ। ਤੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਬ੍ਰਾਹਮਣ ਕੋਲੋਂ ਲੈ ਕੇ ਸਾਲਗ੍ਰਾਮ ਦੀ ਪੂਜਾ ਕਰਨ ਲੱਗੇ ਤਾਂ ਕੋਈ ਫਲ ਪ੍ਰਾਪਤ ਨਾ ਹੋਇਆ ਤਾਂ ਸਾਲਗ੍ਰਾਮ ਉਸਨੇ ਬ੍ਰਾਹਮਣ ਨੂੰ ਮੋੜ ਦਿੱਤਾ ਤੇ ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ ਭਾਈ। ਕਾਨ ਸਿੰਘ ਨਾਭਾ ਜੀ ਅਨੁਸਾਰ ਭਗਤ ਧੰਨਾ ਜੀ ਨੇ ਸਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾ ਕੇ ਗੁਰਦੀਖਿਆ ਲਈ। ਪਹਿਲੀ ਉਮਰ ਵਿੱਚ ਮੂਰਤੀ
ਜਿਹੜਾ ਆ ਪੂਜਕ ਰਹੇ, ਪਰ ਅੰਤ ਅਕਾਲ ਪੁਰਖ ਦਾ ਜਿਹੜਾ ਆ ਉਹ ਪੁਸ਼ਾਕ ਪਹਿਨ ਲਈ। ਹੋ ਗਏ, ਹਾਂਜੀ। ਹਾਂਜੀ, ਉਹਨਾਂ ਦੀ ਜਿਹੜੀ ਆ ਨਾਮ ਦੀ ਜਿਹੜੀ ਆ ਪੁਸ਼ਾਕ ਪਹਿਨ ਲਈ, ਉਹਨਾਂ ਦੇ ਉਪਾਸ਼ਕ ਬਣ ਗਏ, ਪਰਮ ਪਦ ਦੇ ਜਿਹੜੇ ਆ ਅਧਿਕਾਰੀ ਬਣ ਗਏ ਜੀ। ਤੇ ਇਹ ਸਿੱਖ ਦੀ ਸ਼ਰਧਾ ਆ। ਬਿਲਕੁਲ ਜੀ। ਕਿਉਂ ਰੋਹੀ ਜੀ? ਜੀ, ਸਿੱਖ ਦੀ ਸ਼ਰਧਾ ਹੈ ਕਿ ਇਹ ਤਾਂ ਦੁਨੀਆ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਨ ਲੱਗੇ ਤਾਂ ਉਸ ਦੀ ਸਫਲਤਾ ਲਈ ਪ੍ਰਭੂ ਦੇ ਦਰ ਉੱਤੇ ਅਰਦਾਸ ਕਰਨੀ ਹੈ। ਸਿੱਖ ਵਿਦਿਆਰਥੀ ਜੇਕਰ ਇਮਤਿਹਾਨ ਦੇਣ ਜਾ ਰਿਹਾ ਹੈ ਤਾਂ ਚੱਲਣ ਵੱਲੋਂ ਪਹਿਲਾਂ ਪ੍ਰਭੂ ਦੇ ਦਰ ਉੱਤੇ ਅਰਦਾਸ ਕਰੋ। ਸਿੱਖ ਜੇਕਰ ਸਫ਼ਰ ਵਿੱਚ ਚੱਲਿਆ ਹੈ ਤਾਂ ਅਰਦਾਸ ਕਰਕੇ ਚੱਲੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਾਉਣ ਲੱਗਾ ਹੈ ਤਾਂ ਨੀਂਹ ਰੱਖਣ ਵੱਲੋਂ ਪਹਿਲਾਂ ਅਰਦਾਸ ਕਰੋ। ਹਰੇਕ ਦੁੱਖ ਸੁੱਖ ਦੇ ਸਮੇਂ ਵਿੱਚ ਸਿੱਖ ਅਰਦਾਸ ਕਰੇ। ਜਦੋਂ ਕੋਈ ਰੋਗ ਆਦਿ ਬਿਪਦਾ ਪ੍ਰਭੂ ਦੀ ਮਿਹਰ ਵੱਲੋਂ ਦੂਰ ਹੁੰਦੀ ਹੈ ਤਦ ਵੀ ਸਿੱਖ ਸ਼ੁਕਰਾਨੇ ਦੇ ਤੌਰ ਉੱਤੇ ਅਰਦਾਸ ਕਰੇ। ਹੁਣ ਤੁਸੀਂ ਦੱਸੋ ਸਾਧ ਸੰਗਤ ਜੀ ਕਿ ਇਹ ਗੁਰਮਤਿ ਦੇ ਵਿਰੁੱਧ ਹੈ? ਬਾਣੀ ਵਿੱਚ ਹੁਕਮ ਤਾਂ ਇਹੀ ਹੈ, ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸ੍ਰੀ ਰਾਗ ਦੀ ਵਾਰ ਭਗਤ ਧੰਨਾ ਜੀ ਦਾ ਜਿਹੜਾ ਅਗਲਾ ਸ਼ਬਦ ਆਸਾ, ਬਾਣੀ ਭਗਤ ਧੰਨੇ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬਿਖ ਕਾਮ ਲੁਭਤ ਰਾਤਾ, ਮਨ ਵਿਸਰੇ ਪ੍ਰਭ ਹੀਰੇ। ਰਹਾਓ ਬਿਖ ਫਲ ਮੀਠੇ ਲਗੇ ਮਨ ਬੌਰੇ, ਚਾਰ ਵਿਚਾਰ न जानिया। गुण ते प्रीत बड़ी अनभांति, जन्म मरण फिर तानिया। जुगत जान नहीं हृदय निवासी, जलत जाल जम फांत परे। बिख फल संच भरे मन, ऐसे ऐसे परम पुरख प्रभ मन बिसरे। ज्ञान प्रवेश गुरै धन दिया, ध्यान मान मन एकमय। ਦੁਬਾਰਾ ਪੰਕਤੀਆਂ ਜਿਹੜੀਆਂ ਉਚਾਰ ਦਿੰਦਾ ਮੈਂ ਇਸ ਦੇ ਉੱਤੇ ਜਿਹੜਾ ਆ ਤੇ ਜਿਹੜੀ ਆ ਪੰਕਤੀ ਥੋੜੀ ਜੀ ਦੁਬਾਰਾ ਉਚਾਰ ਦਿੰਦਾ ਮੈਂ। ਤੇ ਇਸੇ ਤਰ੍ਹਾਂ ਸੀ ਧਿਆਨ ਮਾਨ ਮਨ ਜਿਹੜਾ ਆ ਉਹ ਇਸੇ ਤਰ੍ਹਾਂ ਦੀ ਵੀ ਪੰਕਤੀ ਆ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੈ ਮੁਕਤ ਭਏ। ਜੋਤ ਸਮਾਏ ਸਮਾਨੀ ਜਾਂ ਕੈ, ਅਛਲੀ ਪ੍ਰਭੂ ਪਹਿਚਾਨਿਆ। ਧੰਨੈ ਧੰਨ ਪਿਆ ਧਰਣੀ ਤਰ, ਮਿਲ ਜਿਹੜਾ ਆ ਮਿਲ ਜਨ ਸੰਤ ਸਮਾਨਿਆ। ਸੋ ਇਸੇ ਤਰ੍ਹਾਂ ਦੇ ਜਿਹੜੇ ਆ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਪੰਕਤੀ ਆ ਪਰਮਾਤਮਾ ਪ੍ਰਤੀ ਜਿਹੜੀ ਆ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਇਸੇ ਤਰ੍ਹਾਂ ਦੇ ਜਿਹੜੇ ਹੈਗੇ ਨੇ। ਸਾਨੂੰ ਅੱਜ ਭਗਤ ਧੰਨਾ ਜੀ ਦੇ ਜਿਹੜਾ ਆ ਇਸ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਆ ਸਾਨੂੰ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਨਾਨਕ ਨਾਮ ਲੇਵਾ ਸੰਗਤੀਆਂ ਨੇ, ਸਾਡੇ ਦਰਸ਼ਕ ਨੇ, ਸਾਡੇ ਸਰੋਤੇ ਨੇ ਜਿਹੜੇ ਨੇ, ਉਹਨਾਂ ਨੂੰ ਵੀ ਜਿਹੜਾ ਆ ਕੋਟ ਕੋਟ ਜਿਹੜੀਆਂ ਮੁਬਾਰਕਾਂ ਨੇ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ, ਰੂਹੀ ਗਰੋਵਰ ਜੀ ਵੱਲੋਂ, ਸਾਡੇ ਇਸ ਚੈਨਲ ਵੱਲੋਂ ਕਰੋੜਾਂ ਜਿਹੜੀਆਂ ਨੇ ਮੁਬਾਰਕਾਂ ਨੇ ਜੀ। ਤੇ ਰੂਹੀ ਜੀ ਹੁਣ ਅਸੀਂ ਗੱਲ ਕਰਾਂਗੇ ਗਿਆਨੀ ਦਿੱਤ ਸਿੰਘ ਜੀ ਬਾਰੇ, ਜਿਨ੍ਹਾਂ ਜਿਹੜਾ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਗਿਆਨੀ ਦਿੱਤ ਸਿੰਘ ਜੀ ਜਿਹੜੇ ਨੇ ਕਾਫੀ ਉਸ ਸ਼ਖਸੀਅਤ ਦੇ ਮਾਲਕ ਨੇ। ਉਹਨਾਂ ਦੇ ਜੀਵਨ ਬਿਉਰੇ ਬਾਰੇ ਜਿਹੜਾ ਆ ਅਸੀਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਵੀ ਜਿਹੜਾ ਆ ਅਸੀਂ ਝਾਤ, ਉਹਨਾਂ ਦੀ ਬਾਣੀ ਬਾਰੇ ਜਿਹੜਾ ਆ ਅਸੀਂ ਝਾਤ ਜਿਹੜੀ ਮਾਰੀ ਆ ਅਸੀਂ। ਤੇ ਉਸ ਤੋਂ ਬਾਅਦ ਚੋਂ ਜਿਹੜਾ ਆ ਜੇ ਅਸੀਂ ਗੱਲ ਕੀਤੀ ਆ ਭਗਤ ਧੰਨਾ ਜੀ ਦੀ, ਉਹਨਾਂ ਨੇ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਨੂੰ ਕਿਵੇਂ ਕੀਤਾ ਆ ਜਾਂ ਕਿਵੇਂ ਜਿਹੜੀ ਆ ਉਸ ਦੀ ਗੱਲਬਾਤ ਕੀਤੀ ਆ ਤੇ ਉਸ ਦੇ ਨਾਲ ਜਿਹੜੀ ਆ ਕਿਵੇਂ ਪਰਮਾਤਮਾ ਦੇ ਨਾਲ ਜਿਹੜੀ ਆ ਸਾਂਝ ਪਾਈ ਆ, ਇਹਦੇ ਜਿਹੜਾ ਆ ਭਗਤ ਧੰਨਾ ਜੀ ਦੇ ਉੱਤੇ ਜਿਹੜੀ ਆ ਅਸੀਂ ਵਿਚਾਰ ਜਿਹੜੀ ਆ ਉਹ ਸਾਂਝੀ ਕੀਤੀ ਆ। ਤੇ ਹੁਣ ਜਿਹੜਾ ਆ ਅਸੀਂ ਗਿਆਨੀ ਦਿੱਤ ਜੀ ਦੇ ਜਿਹੜਾ ਜੀਵਨ ਬਾਰੇ ਕੁਝ ਕੁ ਜੀਵਨ ਬਾਰੇ ਝਾਤ ਮਾਰਾਂਗੇ ਤੇ ਰਹਿੰਦੇ ਸਮੇਂ ਦੇ ਵਿੱਚ ਉਹਨੂੰ ਜਿਹੜਾ ਆ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਹਾਂਜੀ। ਤੇ ਅਸੀਂ ਗੱਲ ਕਰੀ ਕਿ ਇੰਗਲੈਂਡ ਦੀਆਂ ਅਖਬਾਰਾਂ ਵਿੱਚ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਇੱਕ ਖਬਰ ਛਪੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ ਤੇ ਆਉਂਦੇ ਸਾਲਾਂ ਤੱਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਜ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ 1 ਕਰੋੜ ਤੋਂ ਵੀ ਵੱਧ ਸੀ, ਪਰ 1881 ਦੀ ਮਰਦਮਸ਼ੁਮਾਰੀ ਮੁਤਾਬਕ 18,53,429 ਰਹਿ ਗਈ ਸੀ। ਅੰਗਰੇਜ਼ਾਂ ਨੇ ਵੀ ਇਸ ਕੰਮ ਵਿੱਚ ਮੁਗਲਾਂ ਦਾ ਰਾਹ ਅਪਣਾਇਆ। ਭਾਵੇਂ ਉਹਨਾਂ ਨੇ ਸਿੱਖਾਂ ਨੂੰ ਤਲਵਾਰ ਨਾਲ ਨਹੀਂ ਮਾਰਿਆ, ਪਰ ਸਿੱਖ ਕੌਮ ਦੀਆਂ ਜੜ੍ਹਾਂ ਪੁੱਟਣ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਬਹੁਤ ਸਾਰੇ ਨੌਜਵਾਨ ਤੇ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਆਪਣੀ ਫੌਜ ਵਿੱਚ ਭਰਤੀ ਕਰ ਲਏ, ਜੋ ਭਾਵੇਂ ਸਿੱਖੀ ਵਿੱਚ ਰਹੇ ਪਰ ਅੰਗਰੇਜ਼ਾਂ ਦੇ ਵਫਾਦਾਰ ਹੋ ਗਏ ਜੀ। ਬਿਲਕੁਲ। ਅਕਾਲ ਪੁਰਖ ਬੇਅੰਤ ਹੈ, ਜਦੋਂ ਵੀ ਕੌਮ ਤੇ ਭੀੜ ਆਉਂਦੀ ਹੈ ਤਾਂ ਉਹ ਖਾਲਸੇ ਨੂੰ ਭੀੜਾ ਰੂਪੀ ਅਗਨੀ ਵਿੱਚੋਂ ਸੋਹਣਾ ਬਣਾ ਕੇ ਕੱਢਦਾ ਆ। ਉਸ ਸਮੇਂ ਸਿੱਖ ਰਾਜ ਨੂੰ ਖਤਮ ਹੋਈਆਂ ਮਸਾਂ ਕੁਝ ਕੁ ਸਾਲ ਹੋਇਆ ਸੀ
ਜਿਹੜਾ ਕੌਮ ਦਾ ਵੱਡਾ ਹਿੱਸਾ ਸਨਾਤਨੀ ਜਿਹੜਾ ਆ ਬਣ ਚੁੱਕਿਆ ਸੀ, ਯਾਨੀ ਹਿੰਦੂ ਬਣ ਚੁੱਕਿਆ ਸੀ। ਬਹੁਤ ਸਿੱਖ ਗੁਰਮਤ ਤੋਂ ਅਣਜਾਣ ਹੋ ਕੇ ਕੈਨੇਡਾ ਜਿਹੜੇ ਨੇ ਉਹ ਜਾ ਰਹੇ ਸਨ। ਉਸ ਸਮੇਂ ਇਸ ਨੂੰ ਜਿਹੜਾ ਆ ਅੰਗਰੇਜ਼ਾਂ ਦੀ ਗੁਲਾਮੀ ਦਾ ਬਹੁਤ ਗਿਣਤੀ ਹਿੰਦੂਆਂ ਦੇ ਈਸਾਈਆਂ ਦੇ ਪ੍ਰਭਾਵ ਅਤੇ ਗੁਰੂ ਡੰਮ ਨੇ ਜਿਹੜਾ ਆ ਘੇਰਿਆ ਸੀਗਾ। ਕੌਮ ਫੁੱਟ ਦਾ ਸ਼ਿਕਾਰ ਹੋਈ ਸੀ। ਐਸੇ ਵਿਪਤਾ ਭਰੇ ਸਮੇਂ ਵਿੱਚ ਗਿਆਨੀ ਦਿੱਤ ਸਿੰਘ ਜੀ ਜਿਹੜਾ ਹੈ ਹਰ ਮੁਜ਼ਾ ਤੇ ਜਿਹੜਾ ਹਾਂਜੀ ਮੁਜ਼ਾ ਉਤੇ ਜਿਹੜਾ ਆ ਡਟ ਗਏ ਸੀਗੇ, ਯਾਨੀ ਕਿ ਮਤਲਬ ਡਟ ਗਏ ਸੀਗੇ ਉਹ ਕਿ ਸਨਾਤਨੀ ਕੀ ਆਰੀਆ ਸਮਾਜੀ ਕੀ ਗੁਰਦੁਆਰਿਆਂ ਦੇ ਪੁਜਾਰੀ ਸਭ ਨਾਲ ਟੱਕਰ ਲੈ ਕੇ ਜਿਹੜਾ ਗਿਆਨੀ ਜੀ ਨੇ ਕੌਮ ਨੂੰ ਆਪਣੇ ਪੈਰਾਂ ਉੱਤੇ ਜਿਹੜਾ ਆ ਖੜਾ ਕਰ ਦਿੱਤਾ ਸੀ ਜੀ। ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1852 ਨੂੰ ਕਲੋੜ ਆਨੰਦਪੁਰ ਰਿਆਸਤ ਪਟਿਆਲਾ ਵਿੱਚ ਭਾਈ ਦੀਵਾਨ ਸਿੰਘ ਜੀ ਦੇ ਘਰ ਹੋਇਆ। ਤੇ ਹੁਣ ਜਿਹੜਾ ਆ ਇਹ ਆਨੰਦਪੁਰ ਕਲੋੜ ਜਿਹੜਾ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਆ ਇਹ ਪੈਂਦਾ ਆ ਜੀ। ਗਿਆਨੀ ਜੀ ਬਚਪਨ ਤੋਂ ਹੀ ਤੀਖਣ ਸੂਝ-ਬੂਝ ਦੇ ਮਾਲਕ ਸਨ। ਆਪ ਛੋਟੀ ਉਮਰ ਤੋਂ ਹੀ ਬਹਿਸ ਮੁਬਾਸਿਆਂ ਵਿੱਚ ਰੁਚੀ ਰੱਖਣ ਲੱਗ ਪਏ। ਬਾਹਰ ਦੇ ਇਤਨੀ ਵਿਵੇਕ ਬੁੱਧੀ ਬਖਸ਼ੀ ਸੀ ਕਿ ਖੋਟੇ ਖਰੇ ਦੀ ਸਹਿਜੇ ਹੀ ਪਹਿਚਾਨ ਕਰ ਲੈਂਦੇ ਸਨ। ਆਪ ਦੀ ਇਸ ਲਗਨ ਤੇ ਖਿਆਲਾਂ ਨੂੰ ਵੇਖ ਕੇ ਆਪ ਦੇ ਪਿਤਾ ਭਾਈ ਦੀਵਾਨ ਸਿੰਘ ਜੀ ਨੇ ਆਪ ਨੂੰ ਆਪਣੇ ਇੱਕ ਸਤਸੰਗੀ ਗੁਲਾਬ ਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ ਪਿੰਡ ਟਿਓੜ ਜ਼ਿਲ੍ਹਾ ਅੰਬਾਲਾ ਵਿਖੇ 10 ਕੁ ਸਾਲ ਦੀ ਉਮਰ ਵਿੱਚ ਭੇਜ ਦਿੱਤਾ। ਆਪ ਨੇ ਜਲਦੀ ਹੀ ਪੰਜ ਗ੍ਰੰਥੀ 22 ਵਾਰਾਂ ਭਗਤ ਬਾਣੀ ਭਾਈ ਗੁਰਦਾਸ ਜੀ ਦੀ ਵਾਰਾਂ ਦਾ ਅਧਿਐਨ ਕਰ ਲਿਆ ਤੇ ਇਹਨਾਂ ਦੇ ਭਾਵ ਅਰਥ ਵੀ ਚੰਗੀ ਤਰ੍ਹਾਂ ਸਮਝ ਲੱਗੇ। 5-6 ਸਾਲਾਂ ਵਿੱਚ ਉਰਦੂ ਤੇ ਪੰਜਾਬੀ ਦੇ ਨਾਲ ਪਿੰਗਲ ਵਿਆਕਰਣ, ਵੇਦਾਂਤ ਤੇ ਰਾਜਨੀਤੀ ਦੇ ਵੀ ਗ੍ਰੰਥਾਂ ਦਾ ਅਧਿਐਨ ਕਰ ਲਿਆ। 17-18 ਸਾਲ ਦੀ ਉਮਰ ਵਿੱਚ ਹੀ ਆਪ ਜੀ ਦੀਆਂ ਪਿੰਗਲ, ਵਿਆਕਰਣ ਤੇ ਵਿਦਾਂਤਕ ਬਹਿਸਾਂ ਦੀਆਂ ਧੁੰਮਾਂ ਪੈਣ ਲੱਗ ਪਈਆਂ। ਭਾਈ ਗੁਰਬਖਸ਼ ਸਿੰਘ ਜੀ ਗੁਲਾਬ ਦਾਸੀਏ ਮਹਾਤਮਾ ਦੀ ਸ਼੍ਰੇਣੀ ਵਿੱਚੋਂ ਸਨ ਤੇ ਇਹ ਗੁਲਾਬ ਦਾਸੀਏ ਦੇ ਡੇਰੇ ਬਹੁਤੀ ਚਰਚਾ ਦੇ ਕੇਂਦਰ ਬਣੇ ਸਨ। ਪਰ ਦੂਜੇ ਬੰਨੇ ਆਮ ਸਿੱਖੀ ਦੀ ਹਾਲਤ ਬੜੀ ਨਿਗਰੀ ਹੋਈ ਸੀ। ਇਹ ਉਹ ਸਮਾਂ ਸੀ ਜਦ ਅੰਗਰੇਜ਼ ਰਾਜ ਦਾ ਪੰਜਾਬ ਤੇ ਵੀ ਕਬਜ਼ਾ ਹੋ ਗਿਆ ਸੀ ਤੇ ਈਸਾਈਆਂ ਦਾ ਪ੍ਰਚਾਰ ਲਈ ਵੱਡੇ ਵੱਡੇ ਪਾਦਰੀ ਪੰਜਾਬ ਵਿੱਚ ਭੇਜੇ ਜਾ ਰਹੇ ਸਨ। ਉਸ ਸਮੇਂ ਸਿੱਖ ਪੰਥ ਦੀ ਹਾਲਤ ਬਹੁਤ ਜਿਹੜੀ ਆ ਉਹ ਮਾੜੀ ਸੀ। ਮੌਕਾ ਪ੍ਰਸਤ ਬਣੇ ਸਿੱਖ ਦੁਬਾਰਾ ਹਿੰਦੂ ਮਤ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਸੀ। ਸਤਲੁਜ ਉਦਾਰ ਦੇ ਸਿੱਖ ਸਰਦਾਰ ਜਿਹੜੇ ਮਹਾਰਾਜੇ ਆਦਿ ਤਾਂ ਪਹਿਲਾਂ ਹੀ ਸੀ, ਪਰ 1807 ਤੋਂ ਆਪਣੀਆਂ ਕੁਰਸੀਆਂ ਖਾਤਰ ਜਿਹੜਾ ਅੰਗਰੇਜ਼ਾਂ ਦੇ ਹਜ਼ੂਰੀਏ ਬਣ ਚੁੱਕੇ ਸੀ। ਹੁਣ ਸਤਲੁਜ ਦੇ ਪਾਰ ਦੇ ਸਿੱਖ ਜਿਹੜੇ ਆਗੂ ਸੀਗੇ ਉਹ ਆਪਣੀ ਜਾਨ ਬਚਾਉਣ ਲਈ ਅੰਗਰੇਜ਼ਾਂ ਦੀ ਈਨ ਮੰਨਣੀ ਜਿਹੜੀ ਆ ਉਹਨਾਂ ਨੂੰ ਪਈ ਤੇ ਉਹਨਾਂ ਨੇ ਈਨ ਵੀ ਮੰਨੀ। ਲਗਭਗ ਸਾਰੇ ਭਾਈ ਜਿਹੜੇ ਮਹਾਰਾਜ ਸਿੰਘ ਨੂੰ ਛੱਡ ਕੇ ਅੰਗਰੇਜ਼ਾਂ ਦੀ ਝੋਲੀ ਵਿੱਚ ਜਿਹੜੇ ਨੇ ਉਹ ਜਾ ਪਏ ਸੀ। ਅੰਗਰੇਜ਼ਾਂ ਨੇ ਸਿੱਖ ਨੌਜਵਾਨ ਕੁਝ ਸਿੱਖਾਂ ਦੇ ਬਹਾਦਰੀ ਕਰਕੇ ਜਿਹੜਾ ਆ ਉਹਨਾਂ ਨੂੰ ਐਂਗਲੋ ਸਿੱਖ ਲੜਾਈਆਂ ਵਿੱਚ ਆਪਣੀ ਅੱਖੀ ਦੇਖੀ ਸੀ ਜਿਹੜੀ ਲੜਾਈ ਜਿਹੜੀ ਆ ਇਹ ਸਿੱਖ ਐਂਗਲੋ ਦੀ, ਤੇ ਕੁਝ ਇਸ ਕੌਮ ਦੀ ਤਾਕਤ ਨੂੰ ਜਿਹੜਾ ਖੰਡਣ ਦੇ ਖਿਆਲ ਨਾਲ ਆਪਣੀ ਫੌਜ ਵਿੱਚ ਭਰਤੀ ਕਰ ਲਏ ਸੀ ਕਿ ਜਿਹੜਾ ਆ ਸਿੱਖ ਕੌਮ ਨੂੰ ਖਦੇੜਿਆ ਜਾਵੇ। ਇਸ ਕਰਕੇ ਉਹਨਾਂ ਨੂੰ ਭਰਤੀ ਵੀ ਕੀਤਾ ਗਿਆ ਸੀਗਾ। ਉਹਨਾਂ ਦੀ ਜਿਹੜੀ ਆ ਕੋਸ਼ਿਸ਼ ਸੀ ਕਿ ਜਥੇਬੰਦੀ ਨੂੰ ਜਿਹੜਾ ਆ ਜਥੇਬੰਦੀ ਦੇ ਤੌਰ ਤੇ ਜਿਹੜਾ ਸਿੱਖਾਂ ਨੂੰ ਇਕੱਠਿਆਂ ਨਾ ਹੋਣ ਦਿੱਤਾ ਜਾਵੇ ਕਿ ਜਦੋਂ ਇਹ ਇਕੱਠੇ ਹੁੰਦੇ ਨੇ ਤਾਂ ਉਦੋਂ ਹੀ ਜਿਹੜੀ ਇਹਨਾਂ ਦੀ ਸ਼ਕਤੀ ਵੱਧਦੀ ਆ। ਨਾਮਧਾਰੀ ਲਹਿਰ ਇਸ ਦੇ ਖਿਲਾਫ ਆਵਾਜ਼ ਜਿਹੜੀ ਆ ਉਹਨਾਂ ਨੇ ਉਠਾਈ, ਪਰ ਉਹ ਜ਼ਿਆਦਾ ਸਫਲ ਨਹੀਂ ਰਹੇ, ਇੱਕ ਤਰ੍ਹਾਂ ਦਾ ਅਸਫਲ ਰਹੇ। ਇਸ ਤੋਂ ਬਾਅਦ ਈਸਾਈਆਂ ਦੇ ਪ੍ਰਚਾਰ ਦੇ ਨਾਲ ਨਾਲ ਜਿਹੜੀ ਆ ਆਰੀਆ ਸਮਾਜੀ ਪ੍ਰਚਾਰ ਨੇ ਵੀ ਸਿੱਖ ਪੰਥ ਨੂੰ ਜਿਹੜੀ ਆ ਕਾਫੀ ਜਿਹੜੀ ਆ ਢਾਹ ਲਾਉਣ ਦੀ ਜਿਹੜੀ ਆ ਲਾਈ ਆ ਤੇ ਜਿਹੜੀ ਆ ਉਹ ਸ਼ੁਰੂ ਵੀ ਕਰ ਦਿੱਤੀ ਸੀ। ਗਿਆਨੀ ਦਿੱਤ ਸਿੰਘ ਜੀ ਜਦ ਕਾਫੀ ਵਿਦਿਆ ਪ੍ਰਾਪਤ ਕਰ ਲਈ ਤਾਂ ਗੁਲਾਬ ਦਾਸੀ ਸੰਤਾਂ ਦੀ ਇੱਛਾ ਅਨੁਸਾਰ ਉਹਨਾਂ ਨੇ ਲਾਹੌਰ ਵਾਲੇ ਪ੍ਰਸਿੱਧ ਡੇਰੇ ਵਿੱਚ ਆ ਗਏ। ਚੱਠਿਆਂ ਵਾਲੇ ਸੰਤ ਦੇਸਾ ਸਿੰਘ ਜੀ ਦੀ ਸੰਗਤ ਨਾਲ ਆਪ ਹੁਣ ਸਾਦਾ ਵਾਲੇ ਫਕੀਰੀ ਲਿਬਾਸ ਦੇ ਧਾਰਨੀ ਹੋ ਗਏ। ਸ਼ੁਰੂ ਵਿੱਚ ਆਪ ਜੀ ਨੂੰ ਗੁਲਾਬ ਦਾਸੀਆਂ ਦੇ ਪ੍ਰਚਾਰਕ ਦੇ ਤੌਰ ਤੇ ਕੰਮ ਕਰਨਾ ਪਿਆ ਤੇ ਇਹਨਾਂ ਲੋਕਾਂ ਦੀਆਂ ਮੀਟਿੰਗਾਂ ਵਿੱਚ ਆਪਣੇ ਲੈਕਚਰ ਵੀ ਤੁਸੀਂ ਦਿੰਦੇ ਰਹੇ, ਪਰ ਵਕਤ ਨਾਲ ਆਪ ਜੀ ਦਾ ਝੁਕਾਵ ਸਿੱਖੀ ਵੱਲ ਹੋ ਗਿਆ। ਈਸਾਈ ਮਤ ਦੇ ਜ਼ੋਰਦਾਰ ਪ੍ਰਚਾਰ ਕਰਕੇ ਇਸ ਪ੍ਰਚਾਰ ਦੇ ਵਿਰੋਧ ਆਰੀਆ ਸਮਾਜ ਦੀ ਲਹਿਰ ਹੋਂਦ ਵਿੱਚ ਆਈ। ਕੁਝ ਦੇਰ ਸਿੱਖਾਂ ਨੇ ਆਰੀਆ ਸਮਾਜੀਆਂ ਦੀ ਮਦਦ ਕੀਤੀ ਕਿਉਂਕਿ ਮੂਰਤੀ ਪੂਜਾ ਦੇ ਸਿੱਖ ਅਤੇ ਆਰੀਆ ਸਮਾਜੀ ਦੋਨੋਂ ਵਿਰੋਧੀ ਸਨ, ਜਿਸ ਦਾ ਫਾਇਦਾ ਉਠਾ ਕੇ ਆਰੀਆ ਸਮਾਜੀਆਂ ਨੇ ਸਿੱਖਾਂ ਨੂੰ ਆਪਣੇ ਪ੍ਰਭਾਵ ਥੱਲੇ ਲਿਆਉਣਾ ਚਾਹਿਆ ਤੇ ਕਿਹਾ ਕਿ ਤੁਸੀਂ ਆਰੀਆ ਸਮਾਜ ਦੇ ਪ੍ਰਚਾਰ ਕਰਨ ਵਿੱਚ ਸਾਡਾ ਸਾਥ ਦਿਓ। ਗਿਆਨੀ ਜੀ ਨੇ ਇਹਨਾਂ ਗੁਲਾਬਦਾਸੀ ਸੰਤਾਂ ਦੇ ਸਭ ਤੋਂ ਪਹਿਲੇ ਪ੍ਰਚਾਰਕ ਬਣੇ ਸਨ। ਉਹਨਾਂ ਗੁਲਾਬਦਾਸੀਆਂ ਨੇ ਹੀ ਸਭ ਤੋਂ ਪਹਿਲਾਂ ਆਰੀਆ ਸਮਾਜ ਦੇ ਪ੍ਰਭਾਵ ਨੂੰ ਕਬੂਲ ਕਰਕੇ ਉਹਨਾਂ ਦੇ ਪੈਰੋਕਾਰ ਬਣਨਾ ਪ੍ਰਵਾਨ ਕਰ ਲਿਆ ਸੀ।
ਪਰ ਗਿਆਨੀ ਦਿੱਤ ਸਿੰਘ ਨੇ ਉਹਨਾਂ ਦੇ ਪ੍ਰਭਾਵ ਹੇਠਾਂ ਨਹੀਂ ਆਏ। ਉਹਨਾਂ ਦਾ ਜਿਹੜਾ ਪ੍ਰਭਾਵ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਨੂੰ ਜਿਹੜਾ ਆ ਉਹ ਨਹੀਂ ਛੋ ਸਕਿਆ। ਜਲਦੀ ਹੀ ਉਹਨਾਂ ਦੇ ਆਗੂ ਜਿਹੜੇ ਸਵਾਮੀ ਦਇਆਨੰਦ ਗਿਆਨੀ ਦਿੱਤ ਸਿੰਘ ਨਾਲ ਬਹਿਸ ਤੇ ਬਚਨ ਵਿਲਾਸ ਤੋਂ ਜਿਹੜਾ ਆ ਸਮਝ ਗਏ ਸੀਗੇ ਕਿ ਉਹਨਾਂ ਦੀ ਇਹ ਆਸ ਪੂਰੀ ਨਹੀਂ ਹੋ ਸਕਦੀ, ਕਿਉਂਕਿ ਗਿਆਨੀ ਦਿੱਤ ਸਿੰਘ ਜੀ ਨੇ ਅੱਗੇ ਜਿਹੜਾ ਨੇ ਦਿਤਿਆਨੰਦ ਜੀ ਨੂੰ 3 ਵਾਰੀ ਬਹਿਸ ਦੇ ਵਿੱਚ ਜਿਹੜਾ ਆ ਲਗਾਤਾਰ ਜਿਹੜਾ ਆ ਹਰਾਇਆ ਸੀ। ਤੇ ਲਾਹੌਰ ਵਿੱਚ ਰਹਿੰਦਿਆਂ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨਾਲ ਇੱਕ ਵਾਰੀ ਭੇਟ ਹੋ ਗਈ। ਪ੍ਰੋਫੈਸਰ ਸਾਹਿਬ ਬੜੇ ਸੂਝਵਾਨ, ਦੂਰ ਦੀ ਸੋਚਣ ਵਾਲੇ ਗੁਰਸਿੱਖ ਸਨ। ਉਹਨਾਂ ਨੇ ਜ਼ੋਰ ਦਿੱਤਾ ਕਿ ਗਿਆਨੀ ਦਿੱਤ ਸਿੰਘ ਜੀ ਗਿਆਨੀ ਦੀ ਸਿੱਖਿਆ ਪਾਸ ਕਰਨ ਤੇ ਫਿਰ ਇੱਥੇ ਉਹਨਾਂ ਕੋਲ ਲਾਹੌਰ ਵਿੱਚ ਹੀ ਰਹਿਣ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿੱਖੀ ਦੇ ਪ੍ਰਭਾਵ ਨੂੰ ਕਬੂਲ ਕਰ ਲਿਆ। ਆਪ ਗੁਰਸਿੱਖੀ ਜੀਵਨ ਦੇ ਸਾਂਚੇ ਵਿੱਚ ਹੌਲੀ-ਹੌਲੀ ਢਲ ਗਏ। ਗੁਰਮਤਿ ਫਿਲਾਸਫੀ ਦੇ ਮਹਾਨ ਸਿਧਾਂਤ ਨੇ ਇਹਨਾਂ ਦੀ ਕਾਇਆ ਕਲਪ ਕਰ ਦਿੱਤੀ। 1 ਸਾਲ ਵਿੱਚ ਗਿਆਨੀ ਪਾਸ ਕਰ ਲਈ। ਉਦੋਂ ਗਿਆਨੀ ਦੀ ਪੜ੍ਹਾਈ ਵਿੱਚ ਅੱਜ ਵਾਂਗ ਨਿਰੀਆਂ ਕਿਸੇ ਕਹਾਣੀਆਂ ਨਹੀਂ ਹੁੰਦੀਆਂ ਸਨ, ਬਲਕਿ ਗੂੜ ਗਿਆਨ ਦਾ ਮਸਾਲਾ ਪੜ੍ਹਨਾ ਪੈਂਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੂੜ ਭਾਵਾਂ ਨੂੰ ਸਮਝਣ ਤੇ ਆਮ ਅਰਥਾਂ ਤੋਂ ਜਾਣੂ ਹੋਣ ਦੀ ਲੋੜ ਪੈਂਦੀ ਸੀ। ਇਸ ਲਈ ਉੱਥੇ ਗੁਰਮਤਿ ਫਿਲਾਸਫੀ ਦੇ ਲੈਕਚਰਾਂ ਦਾ ਖਾਸ ਪ੍ਰਬੰਧ ਸੀ। ਗਿਆਨੀ ਦੀ ਪ੍ਰੀਖਿਆ ਚੰਗੇ ਨੰਬਰਾਂ ਵਿੱਚ ਪਾਸ ਕਰ ਉਸ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜ਼ੋਰ ਦੇਣ ਤੇ ਆਪ ਉੱਥੇ ਕਾਲਜ ਵਿੱਚ ਹੀ ਮਨੁੱਖਤਾ ਦੇ ਗੁਣਾਂ ਉੱਤੇ ਲੈਕਚਰ ਦੇਣ ਲੱਗ ਪਏ ਤੇ ਉਦੋਂ ਤੋਂ ਆਪ ਦੀ ਬੋਲਣ ਸ਼ਕਤੀ ਵਿੱਚ ਵਾਧਾ ਹੋਣ ਲੱਗਾ। ਫਿਰ ਆਪ ਨੂੰ ਕਿਸੇ ਕਾਲਜ ਵਿੱਚ ਹੀ ਪੱਕੇ ਤੌਰ ਤੇ ਧਾਰਮਿਕ ਪ੍ਰੋਫੈਸਰ ਦੀ ਡਿਊਟੀ ਸੌਂਪ ਦਿੱਤੀ ਗਈ, ਜਿਸ ਨੂੰ ਆਪ ਨੇ ਇੰਨੀ ਯੋਗਤਾ ਨਾਲ ਨਿਭਾਇਆ ਕਿ 2 ਕੁ ਸਾਲਾਂ ਵਿੱਚ ਹੀ ਆਪ ਦੇ ਹੁਨਰ ਦੀਆਂ ਧੁੰਮਾਂ ਪੈ ਗਈਆਂ। ਇੱਕ ਵਿਦਵਤਾ, ਦੂਜੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਨੇ ਆਪ ਦੀ ਪ੍ਰਸਿੱਧਤਾ ਨੂੰ 4 ਚੰਨ ਲਾ ਦਿੱਤੇ। ਸੋ ਇਸੇ ਤਰ੍ਹਾਂ ਦਾ ਜਿਹੜਾ ਆ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਜੀਵਨ ਸੀਗਾ, ਤੇ ਜਿੰਨਾ ਮਰਜ਼ੀ ਲੰਬਾ ਲੈ ਜਾਈਏ ਪਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਨਹੀਂ ਝਾਤ ਪਾ ਸਕਦੇ। ਤੋਂ ਅੱਜ ਉਹਨਾਂ ਦੀ ਬਰਸੀ ਦੇ ਉੱਤੇ ਜਿਹੜਾ ਆ ਅਸੀਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ। ਤੇ ਰੋਹਿਤ ਜੀ, ਹੁਣ ਸਾਡੇ ਜਾਣ ਦਾ ਸਮਾਂ ਸਮਾਪਤ ਹੈ, ਲਈਏ ਇਜਾਜ਼ਤ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ।